अस्सलाम वालेकुम। माँ बोली ਦੇ ਦਿਹਾੜ 'ਤੇ ਸਾਨੂੰ ਨਬੀਲਾ ਹੋਰਾਂ ਦਾ ਹੁਕਮ ਹੋਇਆ ਕਿ ਇੱਕ ਪ੍ਰੋਗਰਾਮ ਜਿਹੜਾ ਹੈ ਉਹ ਪੰਜਾਬੀ ਵਿੱਚ ਵੀ ਹੋਣਾ ਚਾਹੀਦਾ ਹੈ ਤੇ ਮੈਂ ਹੁਣ ਆਪਣੀ ਤਰਫੋਂ ਤੇ ਪੂਰੀ ਕੋਸ਼ਿਸ਼ ਕਰ ਰਹੀ ਹਾਂ, ਲੇਕਿਨ ਜੇ ਮੇਰੇ ਕੋਲੋਂ ਕੁਝ ਗਲਤੀ ਹੋ ਜਾਏ ਤੇ ਮੈਂ ਉਹਦੀ ਪਹਿਲਾਂ ਹੀ ਮਾਫੀ ਮੰਗ ਲੈਂਦੀ ਹਾਂ, ਕਿਉਂਕਿ ਜਿਸ ਤਰ੍ਹਾਂ ਅਸੀਂ ਉਰਦੂ ਜ਼ਬਾਨ ਇੱਥੇ ਬੋਲਦੇ ਹਾਂ ਜਾਂ ਬਾਕੀ ਜ਼ਬਾਨਾਂ ਬੋਲਦੇ ਹਾਂ, ਪੰਜਾਬੀ ਜ਼ਬਾਨ ਬੋਲਣ ਦੀ ਪ੍ਰੈਕਟਿਸ ਨਹੀਂ ਹੈ ਜ਼ਿਆਦਾ। ਲੇਕਿਨ ਪੰਜਾਬੀ ਜ਼ਬਾਨ ਜਿਹੜੀ ਹੈ ਉਹਦੇ 'ਚ ਕਿਤਾਬ ਮੇਰੀ ਉਹ ਤਿਆਰ ਹੈ ਔਰ ਡਾਕਟਰ ਨਬੀਲਾ ਹੋਰਾਂ ਦੇ ਨਾਂ ਹੀ ਹੈ ਇਹ ਜਨਾਬ। ਇਸ ਵਾਸਤੇ ਵੀ ਇਹਨਾਂ ਦੇ ਨਾਂ ਹੈ ਕਿ ਪੰਜਾਬੀ ਜ਼ਬਾਨ ਵੱਲ ਮੈਨੂੰ ਲੈ ਕੇ ਆਉਣਾ, ਨਵੇਂ ਸਿਰੇ ਤੋਂ ਫਿਰ ਪੰਜਾਬੀ ਜ਼ਬਾਨ ਪੜ੍ਹਾਉਣੀ ਔਰ ਇਹ ਹੁਕਮ ਦੇਣਾ ਕਿ ਪੰਜਾਬੀ ਜ਼ਬਾਨ ਵਿੱਚ MA ਵੀ ਕਰੋ। ਇਹ ਸਾਰੀ ਕਹਾਣੀ ਇੱਥੋਂ ਸ਼ੁਰੂ ਹੋਈ। ਮੈਂ ਪਹਿਲਾਂ ਤੁਹਾਨੂੰ ਦੱਸਦੀ ਜਾਵਾਂ ਕਿ ਸਾਡੇ ਵਲੈਤ ਜਿਹਨੂੰ ਕਹਿੰਦੇ ਹੋ ਇੰਗਲੈਂਡ ਵਿੱਚ, ਲੰਡਨ ਵਿੱਚ, ਕਿਉਂਕਿ ਬਹੁਤ ਸਾਰਾ ਪੰਜਾਬੀਆਂ ਦਾ ਤੁਸੀਂ ਉਹਨੂੰ ਗੜ੍ਹ ਸਮਝ ਲਓ, ਇਹ ਜਿਹੜਾ ਸਾਰਾ ਇਲਾਕਾ ਹੈ ਉਹਦੇ ਵਿੱਚ ਮੇਲੇ ਲੱਗਦੇ ਆ, ਬਸੰਤ ਮਨਾਈ ਜਾਂਦੀ ਹੈ। ਅਤੇ ਸਾਰੀ ਤੁਸੀਂ ਇਹ ਸਮਝੋ ਕਿ ਯੂਰਪ ਦੇ ਵਿੱਚ ਇੱਕ ਨਿੱਕਾ ਜਿਹਾ ਸਾਡਾ ਪੰਜਾਬੀਆਂ ਦਾ ਮੇਲਾ ਲੱਗਦਾ ਜਿਹਦੇ 'ਚ ਤੁਹਾਨੂੰ ਇੰਝ ਲੱਗੇਗਾ ਕਿਧਰੇ ਜਲੇਬੀਆਂ ਬਣ ਰਹੀਆਂ ਨੇ। ਬਲਕਿ ਅਸੀਂ ਜਦੋਂ ਕੋਪਨਹੈਗਨ ਵਿੱਚ ਪੰਜਾਬ ਮੇਲਾ ਲਾਇਆ ਅਤੇ ਅਸੀਂ ਉਹਦੇ ਵਿੱਚ ਬਾਕਾਇਦਾ ਪੱਗਾਂ ਬੰਨ੍ਹਣੇ ਦਾ ਕੀ ਤਰੀਕਾ ਹੈ, ਉਹ ਕਿਸ ਤਰ੍ਹਾਂ ਹੁੰਦੀਆਂ ਨੇ, ਵੰਗਾਂ ਚੜ੍ਹਾਉਣੀਆਂ ਅਤੇ ਇਹੋ ਜਿਹੀਆਂ ਛੋਟੀਆਂ ਛੋਟੀਆਂ ਸਾਰੀਆਂ ਚੀਜ਼ਾਂ ਕੀਤੀਆਂ। ਜਿਹੜਾ 2 ਦਿਨ ਦਾ ਮੇਲਾ ਸੀ, ਇੱਕ ਦਿਨ ਉਹਨੂੰ ਬੁੱਲੇ ਸ਼ਾਹ ਦੇ ਨਾਂ ਕੀਤਾ ਗਿਆ ਅਤੇ ਦੂਜੇ ਦਿਨ ਅੰਮ੍ਰਿਤਾ ਪ੍ਰੀਤਮ ਦੇ। ਔਰ ਪੂਰੀ ਕੋਸ਼ਿਸ਼ ਉਦੋਂ ਵੀ ਮੈਂ ਬੜੀ ਪ੍ਰੈਕਟਿਸ ਕੀਤੀ ਕਿ ਮੇਰੇ ਕੋਲ ਕੁਝ ਗਲਤ ਸਲਤ ਨਾ ਬੋਲਿਆ ਜਾਏ ਅਤੇ ਮੈਂ ਸਹੀ ਪੰਜਾਬੀ ਬੋਲਾਂ, ਲੇਕਿਨ ਫਿਰ ਵੀ ਗਲਤੀ ਹੋਈ। ਔਰ ਕਈ ਜਗ੍ਹਾ ਨਬੀਲਾ ਹੋਰੀ ਮੈਨੂੰ ਕਹਿੰਦੇ ਸੀ ਇਹਨੂੰ ਇੰਝ ਨਹੀਂ ਕਹੀਦਾ, ਇਸਨੂੰ ਠੀਕ ਕਿਸ ਤਰ੍ਹਾਂ ਬੋਲੀਦਾ। ਪੰਜਾਬੀ ਜ਼ਬਾਨ ਤੁਹਾਨੂੰ ਪਤਾ ਹੀ ਹੋਏਗਾ ਜਿਨ੍ਹਾਂ ਦੀ ਇਹ ਮਾਦਰੀ ਜ਼ਬਾਨ ਹੈ ਕਿ ਇਹਦੇ ਵਿੱਚ ਕਈ ਲਫ਼ਜ਼ਾਂ ਨੂੰ ਜਿਹਨੂੰ ਤੁਸੀਂ ਕਹਿੰਦੇ ਫੋਨੈਟਿਕ ਵੇਰੀਏਸ਼ਨ, ਕਿਧਰੇ ਉਹ ਵਾਓ ਨਾਲ ਬੋਲਿਆ ਜਾਂਦਾ ਹੈ, ਕੁਝ ਇਲਾਕੇ ਦੇ ਲੋਕ ਉਹਨੂੰ ਬੇ ਨਾਲ ਬੋਲੀਆਂ ਜਾਂਦੀਆਂ ਨੇ, ਕੋਈ ਵੰਗਾਂ ਕਹਿੰਦਾ ਹੈ, ਕੋਈ ਬੰਗਾਂ ਕਹਿੰਦਾ ਹੈ। ਅਤੇ ਇਹ ਤਾਂ ਖੂਬਸੂਰਤੀ ਅਤੇ ਇਹ ਹੋਰ ਜਿੱਥੇ ਜਿਹੜੇ ਇਲਾਕੇ ਦੇ ਲੋਕ ਹੁੰਦੇ ਨੇ ਉਹਨਾਂ ਜ਼ਬਾਨਾਂ ਦੇ ਵਿੱਚ ਇੱਕ ਵੈਸੇ ਹੋਰ ਖੂਬਸੂਰਤੀ ਹੈ। ਅਤੇ ਅਸੀਂ ਇੱਥੇ ਇਸ ਵਕਤ TV ਟੀਮ ਵਿੱਚ ਬੈਠੇ ਹਾਂ ਔਰ ਸਾਡੀ ਇਹੀ ਕੋਸ਼ਿਸ਼ ਹੈ ਕਿ ਮਾਂ ਬੋਲੀ ਦੇ ਦਿਹਾੜ 'ਤੇ ਅਸੀਂ ਪੰਜਾਬੀ ਦੇ ਹਵਾਲੇ ਨਾਲ ਵੀ ਗੱਲ ਕਰੀਏ। ਅਤੇ ਇਹ ਕੋਵਿਡ ਆਉਣੇ ਤੋਂ ਪਹਿਲਾਂ ਸਾਡਾ ਇਹ ਦਿਲ ਸੀ ਕਿ ਅਸੀਂ ਇੱਕ ਪੰਜਾਬੀ ਕਾਨਫਰੰਸ ਕਰਾਈਏ ਡੈਨਮਾਰਕ ਕੋਪਨਹੈਗਨ ਵਿੱਚ ਹੀ। ਕਮ ਅਜ਼ ਕਮ ਯੂਰਪ ਦੀ ਤਾਰੀਖ ਵਿੱਚ ਉਹਨੂੰ ਇੰਨੀ ਸ਼ਾਨਦਾਰ ਪੰਜਾਬੀ ਕਾਨਫਰੰਸ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਵਾਲੇ ਕਰਾਉਂਦੇ ਨੇ। ਅਸੀਂ ਜਿਹੜੀ ਆਖਰੀ ਪੰਜਾਬੀ ਕਾਨਫਰੰਸ ਵਿੱਚ ਮੈਂ ਹਿੱਸਾ ਲਿਆ, ਗੁਰੂ ਨਾਨਕ ਕਾਨਫਰੰਸ, ਉਹਦੇ ਵਿੱਚ ਮੈਂ ਨਜ਼ਮ ਵੀ ਉਹਦੇ 'ਤੇ ਲਿਖੀ। ਔਰ ਦਿਲਾਂ ਨੂੰ ਦਿਲਾਂ ਦੇ ਕਰੀਬ ਲਿਆਉਣੇ ਵਾਲੀ ਮਾਂ ਬੋਲੀ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਮਾਂ ਤੁਹਾਨੂੰ ਜੋੜ ਕੇ ਰੱਖਦੀ ਹੈ, ਇੱਕ ਵਿਹੜੇ ਵਿੱਚ ਫੁੱਲਾਂ ਦੀਆਂ ਵੇਲਾਂ ਦੇ ਵਰਗਿਆਂ ਉਗਾਈ ਰੱਖਦੀ ਹੈ, ਇੱਕ ਵਿਹੜੇ ਦੇ ਵਿੱਚ ਨਾ ਕੋਈ ਚੰਨ ਵੰਡਦਾ ਹੈ, ਇੱਕ ਵਿਹੜੇ ਦੇ ਵਿੱਚ ਨਾ ਕੋਈ ਸੂਰਜ ਦੀ ਧੁੱਪ ਵੰਡਦਾ ਹੈ, ਇੱਕ ਵਿਹੜੇ ਨੂੰ ਮਾਂ ਜਿਹੜੀ ਹੈ ਸੰਭਾਲ ਕੇ ਰੱਖਦੀ ਹੈ। ਅਤੇ ਉਸੇ ਤਰ੍ਹਾਂ ਸਾਡੀ ਮਾਂ ਬੋਲੀ ਦੇ ਦਿਹਾੜੇ ਮੈਂ ਇਹਦੇ ਵਿੱਚ ਇੱਕ ਨਿੱਕੀ ਜਿਹੀ ਨਜ਼ਮ ਸੁਣਾਵਾਂਗੀ ਜਿਹੜੀ ਕਿ ਮੇਰੇ ਕੋਲ ਲਿਖੀ ਨਹੀਂ ਹੈ ਔਰ ਮੈਂ ਮੋਬਾਈਲ ਤੋਂ ਹੀ ਪੜ੍ਹਾਂਗੀ, ਕਿਉਂਕਿ ਜਿਸ ਤਰ੍ਹਾਂ ਮੈਂ ਉਰਦੂ ਵਿੱਚ ਵੀ ਜਿਹੜੀ ਮੇਰੀ ਪਹਿਲੀ ਕਿਤਾਬ ਹੈ ਉਹ ਮੇਰੇ ਵਾਲਿਦ ਸਾਹਿਬ ਦੇ ਨਾਂ ਹੈ, ਬਾਬੁਲ ਦੇ ਨਾਂ। ਅਤੇ ਮੈਨੂੰ ਜਦੋਂ ਮੈਂ ਪੰਜਾਬੀ ਸ਼ਾਇਰੀ ਲਿਖਣੀ ਸ਼ੁਰੂ ਕੀਤੀ, ਅਸੀਂ ਜਦੋਂ ਜੇਲਮ ਕਾਲਜ ਵਿੱਚ ਪੰਜਾਬੀ ਹੁੰਦੀਆਂ ਸਨ, ਤਕਰੀਰਾਂ ਦੇ ਮੁਕਾਬਲੇ ਹੁੰਦੇ ਸੀ ਅਤੇ ਉਹਦੇ ਵਿੱਚ ਮੈਂ ਬਾਕਾਇਦਾ ਹਿੱਸਾ ਲੈਂਦੀ ਸੀ। ਇਸ ਵਜ੍ਹਾ ਨਾਲ ਮੀਆਂ ਮੁਹੰਮਦ ਬਖਸ਼ ਦਾ ਜਿਹੜਾ ਕਲਾਮ ਹੈ ਆਪਣੇ ਸ਼ਹਿਰ ਦੇ ਨਾਲ, ਮਿੱਟੀ ਨਾਲ ਉਹ ਜੁੜੇ ਹਾਂ ਅਸੀਂ। ਅਤੇ ਉਹ ਮੈਨੂੰ ਆਉਂਦਾ ਸੀ ਆਪਣੀ ਵਾਲਦਾ ਸਾਹਿਬਾ ਕੋਲੋਂ ਸੁਣ ਕੇ। ਅਤੇ ਸਾਡੇ ਅੱਬਾ ਜੀ ਕਹਿੰਦੇ ਹੁੰਦੇ ਸੀ ਇਹ ਜਿਹੜਾ ਸਾਡਾ ਚਿੜੀਆਂ ਦਾ ਚੰਬਾ ਇਹਨੇ ਬਾਬਲ ਅਸਾਂ ਉੱਡ ਜਾਣਾ। ਅਤੇ ਉਹਨਾਂ ਨੂੰ ਬੜਾ ਇਸ ਗਾਣਾ ਉਹਨਾਂ ਨੂੰ ਪਸੰਦ ਨਹੀਂ ਸੀ ਆਉਂਦਾ। ਇਹ ਕੀ ਹੋਇਆ ਜੀ, ਜ਼ਨਾਨੀਆਂ ਆਪੋ ਮੰਨੀ ਜਾਂਦੀਆਂ ਨੇ ਅਸੀਂ ਚਿੜੀਆਂ ਦਾ ਚੰਬਾ ਵਾਂ ਅਤੇ ਅਸੀਂ ਬਾਬਲ ਉੱਡ ਜਾਣਾ ਅਤੇ ਸਾਡੀ ਲੰਮੀ ਉਡਾਰੀ ਹੈ ਅਤੇ ਇਹ ਵੋ। ਅਤੇ ਉਹ ਮੈਨੂੰ ਕਹਿੰਦੇ ਹੁੰਦੇ ਸੀ ਇਹ ਗੱਲ ਕਦੇ ਨਹੀਂ ਸੋਚਣੀ ਕਿ ਤੁਸੀਂ ਜਿਹੜੀਆਂ ਉਹ ਸਿਰਫ ਚਿੜੀਆਂ ਹੀ ਹੋ ਅਤੇ ਤੁਸੀਂ ਸਿਰਫ ਮੱਝਾਂ ਗਾਵਾਂ ਅਤੇ ਇਹ ਵੋ। ਇਹਨਾਂ ਨੂੰ ਸ਼ੁਰੂ ਤੋਂ ਬੜੀ ਇਸ ਗੱਲ ਨਾਲ ਇਖਤਲਾਫ ਹੁੰਦਾ ਸੀ, ਪਸੰਦ ਨਹੀਂ ਸੀ ਉਹਨਾਂ ਨੂੰ ਇਹ ਗੱਲ। ਅਤੇ ਫਿਰ ਜਦੋਂ ਮੈਂ ਇਹ ਵੀ ਸੋਚਿਆ ਕਿ ਮੈਂ ਯੂਰਪ ਵਿੱਚ ਆਈ ਔਰ ਮੈਂ ਲੈਂਗੁਏਜ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ, ਡੈਨਿਸ਼ ਜ਼ਬਾਨ ਵਾਲੇ ਪਾਸੇ ਮੇਰਾ ਧਿਆਨ ਹੋਇਆ ਜਾਂ ਅੰਗਰੇਜ਼ੀ ਜ਼ਬਾਨ 'ਤੇ ਜ਼ਿਆਦਾ ਕੰਮ ਹੋਇਆ। ਅਤੇ ਉਦੋਂ ਵੀ ਮੈਂ ਸੋਚਿਆ ਸੀ ਕਿ ਮੈਂ ਜਦੋਂ ਵੀ ਜ਼ਿੰਦਗੀ ਵਿੱਚ ਆਪਣੀ ਰਿਸਰਚ ਕੀਤੀ ਅਤੇ ਮੈਂ ਉਸ ਜ਼ਬਾਨ 'ਤੇ ਹੀ ਕਰਾਂਗੀ ਕਿ ਮੁਖਤਲਿਫ ਜ਼ਬਾਨਾਂ ਵਿੱਚ ਔਰਤ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ। ਇਹ ਹੁਣ ਪਿਛਲੇ ਮਹੀਨੇ ਹੀ ਮੈਂ ਇੱਕ ਪ੍ਰੈਜੈਂਟੇਸ਼ਨ ਦਿੱਤੀ ਅੰਗਰੇਜ਼ੀ ਵਿੱਚ ਇੱਥੇ UK ਦੀ ਯੂਨੀਵਰਸਿਟੀ ਵਿੱਚ, ਅਤੇ ਮੈਂ ਉਹਦੇ ਵਿੱਚ ਇੱਕ ਗਾਣੇ ਦਾ ਤਰਜਮਾ ਕੀਤਾ, वे लखिया बाबल जो है अमीर खुसरू का जो गाना तेरे महलों के ऊंचे, ਉਹਦੇ ਵਿੱਚ ਉਹਨਾਂ ਬਾਰ-ਬਾਰ ਕਹਿੰਦੇ ਨੇ ਕਿ ਬਾਬੁਲ ਤੇਰੇ ਖੂੰਟੇ ਕੀ ਗਈਆਂ ਰੇ ਬਾਬੁਲ। ਅਤੇ ਉਸ ਦਾ ਜਿਸ ਵੇਲੇ ਮੈਂ ਅੰਗਰੇਜ਼ੀ ਤਰਜਮਾ ਕੀਤਾ ਅਤੇ ਉਹ ਸੁਪਰਵਾਈਜ਼ਰ ਉਸਨੂੰ ਬਹੁਤ ਹੀ ਅੱਛਾ ਵੀ ਲੱਗਾ ਅਤੇ ਉਹਨੂੰ ਹਾਸਾ ਵੀ ਆਇਆ ਕਿ ਦੇਖੋ ਨਸਲ ਦਰ ਨਸਲ ਅਸੀਂ ਕਈ ਨਸਲਾਂ ਵਿੱਚੋਂ ਗਾਣੇ ਗਾਉਂਦੇ ਹਾਂ, ਆਪੂ ਕਹਿ ਰਹੀਆਂ ਨੇ ਜ਼ਨਾਨੀਆਂ ਔਰ ਇੱਕ ਮਰਦ ਨੇ ਲਿਖੀ ਹੈ। ਅਤੇ ਇਹ ਜਿਹੜੀਆਂ ਛੋਟੀਆਂ ਚੀਜ਼ਾਂ ਨੇ ਅਸੀਂ ਇੱਕ ਜ਼ਬਾਨ ਤੋਂ ਦੂਜੀ ਜ਼ਬਾਨ 'ਚ ਜਿਹੜੇ ਵੇਲੇ ਤਰਜਮਾ ਕਰਦੇ ਹਾਂ ਜਾਂ ਅਸੀਂ ਇੱਕ ਜ਼ਬਾਨ ਤੋਂ ਦੂਜੀ ਜ਼ਬਾਨ ਨੂੰ ਜਿਹੜੇ ਵੇਲੇ ਇਕੱਠੀਆਂ ਕਰਨੇ ਦੀ ਅਤੇ ਉਹਨਾਂ ਦੀ
ਮਮਾਸਲਤ ਯਾਨੀ ਜਿਹੜੀ ਇਹਨਾਂ ਦੀ ਇਕਤਾ ਹੈ ਉਸ ਨੂੰ ਢੂੰਡਣੇ ਦੀ ਕੋਸ਼ਿਸ਼ ਕਰਨੇ ਆ ਤੇ ਇੱਕ ਪੂਰੀ ਜ਼ਬਾਨ ਦੇ ਨਾਲ ਉਹਦਾ ਕਲਚਰ, ਉਹਦਾ ਪੂਰਾ ਸਕਾਫਤ, ਉਹਦਾ ਪੂਰੀ ਜਿਹੜੀ ਹੈ ਦੇਖ ਰੇਖ ਸ਼ਾਮਲ ਹੁੰਦੀ ਹੈ। ਤੇ ਲੰਡਨ ਵਿੱਚ ਜਿਹੜੀ ਸਭ ਤੋਂ ਅੱਛੀ ਚੀਜ਼ ਹੈ, ਬਲਕਿ ਬਰਮਿੰਗਮ 'ਚ ਇੱਕ ਬਹੁਤ ਵੱਡਾ ਗੁਰਦੁਆਰਾ ਹੈ, ਤੇ ਮੈਂ ਤੁਹਾਨੂੰ ਅੱਜ ਉਹ ਰਾਜ਼ ਦੱਸਦੀ ਜਾਵਾਂ। ਮੈਂ ਗਈ ਉੱਥੇ ਤੇ ਮੈਂ ਸਾਡੀ ਕੁਲਸੂਮ ਜੀ ਹੋਰੀ ਨੇ, ਉਹਨਾਂ ਦੀਆਂ ਬਹੁਤ ਸਾਰੀਆਂ ਸਾਡੀਆਂ ਭੈਣ ਜੀ ਬਣੀਆਂ ਜਿਹੜੇ ਗੁਰਦੁਆਰੇ ਵਿੱਚ ਖਾਣਾ ਪਕਾਉਂਦੇ, ਸਾਗ ਪਕਾਉਂਦੇ, ਤੇ ਮੈਂ ਉਹਨੂੰ ਕਿਹਾ ਕਿ ਮੈਂ ਗੁਰਦੁਆਰੇ ਜਾਣਾ ਹੈ। ਤੇ ਮੈਨੂੰ ਕਹੇ ਕਿ ਤੂੰ ਕੀ ਰੋਜ਼ ਰੋਲਾ ਪਾਇਆ ਜੀ ਗੁਰਦੁਆਰੇ ਜਾਣਾ ਹੈ, ਤੂੰ ਮੈਨੂੰ ਲੈ ਜਾ। ਮੈਂ ਕਿਹਾ ਵੀ ਮੈਂ ਉੱਥੋਂ ਸਾਗ ਖਾਣਾ ਹੈ। ਤੇ ਫਿਰ ਜੋ ਕੁਝ ਉਹਨਾਂ ਮੇਰੇ ਨਾਲ ਕਰ ਦਿੱਤੀ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਂ ਸਿਰਫ ਸਾਗ ਖਾਣੇ ਵਾਸਤੇ ਤੇ ਨਹੀਂ ਸੀ ਜਾਣਾ। ਖੈਰ ਮੈਂ ਗਈ ਵੀ, ਮੈਨੂੰ ਪਸੰਦ ਵੀ ਸੀ ਕਿ ਦੇਖਿਆ ਜਾਏ ਕਿ ਇਹਨਾਂ ਨੇ ਇੰਗਲੈਂਡ ਜਿਹੇ ਮੁਲਕ ਵਿੱਚ ਹਰ ਸ਼ਹਿਰ ਵਿੱਚ ਕਿੰਨੇ ਕਿੰਨੇ ਖੂਬਸੂਰਤ ਗੁਰਦੁਆਰੇ ਬਣਾਏ, ਕਿਸ ਤਰ੍ਹਾਂ ਉਹ ਇਕੱਠੇ ਬਹਿ ਕੇ ਖਾਣਾ ਖਾਂਦੇ ਨੇ, ਕਿੰਝ ਉਹ ਸਬਜ਼ੀਆਂ ਪਕਾਉਂਦੇ ਨੇ। ਤੇ ਕਈ ਸਾਲਾਂ ਤੋਂ 20 ਵਰ੍ਹਿਆਂ ਤੋਂ ਮੇਰੀ ਇਹ ਖਾਹਿਸ਼ ਸੀ ਕਿ ਮੈਂ ਜਿਹੜਾ ਪੰਜਾਬੀ ਜ਼ਬਾਨ ਤੇ ਪੰਜਾਬੀ ਕਲਚਰ ਹੈ ਉਹਦੇ ਬਾਰੇ 'ਚ ਅਗਰ ਅਸੀਂ ਕੁਝ ਲਿਖ ਸਕਨੇ ਹਾਂ, ਅਸੀਂ ਕੁਝ ਕਰ ਸਕਨੇ ਹਾਂ ਤੇ ਉਹ ਜ਼ਰੂਰ ਹੋਣਾ ਚਾਹੀਦਾ ਹੈ। ਲੇਕਿਨ ਮੈਨੂੰ ਖੁਦ ਵੀ ਬੜੀ ਅੱਛੀ ਤਰ੍ਹਾਂ ਅੰਦਾਜ਼ਾ ਹੈ ਕਿ ਮੈਂ ਪੰਜਾਬੀ ਜ਼ਬਾਨ ਉਸ ਤਰ੍ਹਾਂ ਨਹੀਂ ਬੋਲ ਸਕਦੀ ਜਿਸ ਤਰ੍ਹਾਂ ਮੈਂ ਇਤਮਾਦ ਦੇ ਨਾਲ ਉਰਦੂ ਜ਼ਬਾਨ ਨੂੰ ਲਗਾਤਾਰ ਬੋਲਨੀ ਆ। ਫਿਰ ਮੇਰੀ ਪੰਜਾਬੀ ਥੁੜ ਜਾਂਦੀ ਹੈ ਕਿਧਰੇ ਨਾ ਕਿਧਰੇ ਜਾ ਕੇ। ਤੇ ਹੁਣ ਵੀ ਮੈਂ ਆਮ ਤੌਰ 'ਤੇ ਲਿਖ ਕੇ ਨਹੀਂ ਰੱਖਦੀ, ਲੇਕਿਨ ਮੈਂ ਲਿਖ ਕੇ ਰੱਖਿਆ ਕਿ ਮੈਂ ਕੀ ਪੜ੍ਹਨਾ। ਤੇ ਚਲੋ ਮੈਂ ਪਹਿਲੇ ਨਬੀਲਾ ਹੋਰੀ ਸੁਣਨਗੇ, ਅਸੀਂ ਇਨਸ਼ਾਅੱਲਾ ਪਾ ਦੇਵਾਂਗੇ ਟੀਵੀ ਲਿੰਕ ਤੇ, ਔਰ ਮੈਂ ਕੋਸ਼ਿਸ਼ ਕਰਾਂਗੀ ਥੋੜੀ ਦੇਰ ਬਾਅਦ ਮੈਂ ਲਾਈਵ ਵੀ ਇੱਕ ਫੇਸਬੁੱਕ ਤੇ ਪੜ੍ਹ ਦੇਵਾਂ। ਤੇ ਇਹ ਜਿਹੜੀ ਪਹਿਲੀ ਨਜ਼ਮ ਹੈ ਉਹਦੀ ਮੈਂ ਤੁਹਾਨੂੰ ਇੱਕ ਬੰਦ ਸੁਣਾ ਦਿੰਦੀ ਹਾਂ। ਅਸੀਂ ਜਿਹੜੀ ਚੰਬੇ ਦੀ ਚਿੜੀ ਸਾਡੀ ਜਿਹੜੀ ਰਵਾਇਤ ਹੈ ਉਹਦੇ ਤੋਂ ਥੋੜ੍ਹਾ ਜਿਹਾ ਜਾਣਾ ਪਵੇਗਾ, ਮੈਨੂੰ ਬਾਹਰ ਥੋੜ੍ਹੀ ਸਾਰੀ ਬਗਾਵਤ ਕਰਨੀ ਪਵੇਗੀ, ਲੇਕਿਨ ਫਿਰ ਬਗਾਵਤਾਂ ਦੇ ਨਾਲ ਹੀ ਨਵੇਂ ਬੂਟੇ ਲੱਗਦੇ ਨੇ। ਤੇ ਮੈਂ ਪੇਸ਼ ਕਰਦੀ ਹਾਂ। ਤੂੰ ਚੰਬੇ ਦੀ ਚਿੜੀ ਨਹੀਂ ਕੁੜੀਏ, ਤੂੰ ਚੰਬੇ ਦੀ ਚਿੜੀ ਨਹੀਂ ਕੁੜੀਏ, ਜਿਹੜੀ ਇੱਕ ਦਿਨ ਉੱਡ ਜਾਵੇਂਗੀ ਲੰਮੀ ਮਾਰ ਉਡਾਰ ਨਹੀਂ ਕੁੜੀਏ। ਤੂੰ ਚੰਬੇ ਦੀ ਚਿੜੀ ਨਹੀਂ ਕੁੜੀਏ, ਤੂੰ ਕਿੱਲੇ ਬੱਦੀ ਗਾਂ ਨਹੀਂ ਕੁੜੀਏ, ਤੂੰ ਕਿੱਲੇ ਬੰਦੀ ਗਾਂ ਨਹੀਂ ਕੁੜੀਏ, ਜਿਹਨੂੰ ਸ਼ਾਹ ਖੜਨ ਜਾਂ ਕਾਲੇ ਚੋਰ ਫਰਕ ਨਹੀਂ ਪੈਂਦਾ, ਤੇ ਵਸਦਾ ਵੇੜਾ ਵਸਦਾ ਰਹਿੰਦਾ। ਤੂੰ ਕਿੱਲੇ ਬੰਦੀ ਗਾਂ ਨਹੀਂ ਕੁੜੀਏ, ਤੂੰ ਤਾਂ ਆਪੇ ਰੁੱਖ ਨਹੀਂ ਕੁੜੀਏ, ਤੂੰ ਤਾਂ ਆਪੇ ਰੁੱਖ ਨਹੀਂ ਕੁੜੀਏ, ਤੂੰ ਬਾਬਲ ਦੀ ਅੱਖ ਦਾ ਤਾਰਾ, ਵੇੜੇ ਦੀ ਹਿੱਕ ਤੇ ਸਿਰ ਕੱਢਿਆ। ਤੂੰ ਆਪੇ ਇੱਕ ਰੁੱਖ ਨਹੀਂ ਕੁੜੀਏ, ਆਂਦੇ ਜਾਂਦੇ ਪੰਖ ਪਖੇਰੂ ਟਹਿਣਾ ਦੇ ਨਾਲ ਝੂਟੇ ਦਿੰਦਾ। ਤੂੰ ਤੇ ਆਪੇ ਰੁੱਖ ਨਹੀਂ ਕੁੜੀਏ, ਤੂੰ ਵੇੜੇ ਦੀ ਕਲੀ ਨਹੀਂ ਕੁੜੀਏ, ਤੂੰ ਚੰਬੇ ਦੀ ਚਿੜੀ ਨਹੀਂ ਕੁੜੀਏ। ਤੇ ਇੱਕ ਹੋਰ ਨਜ਼ਮ ਜਿਹੜੀ ਮੈਂ ਸੋਚ ਰਹੀ ਸੀ ਮਾਂ ਬੋਲੀ ਦਿਹਾੜ ਦੇ ਮੁਤਾਬਕ, ਉਹ ਮੈਂ ਸੁਣਾਉਣਾ ਚਾਹੁੰਦੀ ਹਾਂ। ਉਹਦਾ ਹੈ ਕਿ ਸਿਰਨਾਵਾ ਹੈ ਮੇਰੀ ਮਿਠੜੀ ਮਾਂ ਬੋਲੀ। ਮੇਰੀ ਸੋਹਣ ਸੁਲਗੜੀ ਮਾਂ ਮੇਰੇ ਸਿਰ ਤੇ ਆਪਣੀ ਚੁੰਨੀ ਦੇ ਕੇ ਬੋਲੀ, ਜਾ ਨੀ ਧੀਏ। ਮੇਰੇ ਸਿਰ ਤੇ ਆਪਣੀ ਚੁੰਨੀ ਦੇ ਕੇ ਬੋਲੀ, ਜਾ ਨੀ ਧੀਏ। ਇਸ ਜਗ ਵੇੜੇ ਦੀ ਹਰ ਬੋਲੀ ਦਾ ਸੂਆ ਪਰਾਂਦਾ ਗੁੱਤ ਵਿੱਚ ਪਾ ਲੈ। ਇਸ ਜਗ ਵੇੜੇ ਦੀ ਹਰ ਬੋਲੀ ਦਾ ਸੂਆ ਪਰਾਂਦਾ ਗੁੱਤ ਵਿੱਚ ਪਾ ਲੈ। ਵੰਨ ਸਵੰਨੀ ਸੋਹਣੀ ਬੋਲੀ, ਚੁਣ ਚੁਣ ਮੋਤੀ ਵਰਗੇ ਅੱਖਰ ਦਿਲ ਨਾਲ ਲਾ ਲੈ। ਲਸ਼ ਲਸ਼ ਕਰਦੇ ਇਸ ਰੇਸ਼ਮ ਦਾ ਚੋਲਾ ਬਣਾ ਲੈ, ਗਲ ਵਿੱਚ ਪਾ ਲੈ ਤਨ ਤੇਜ ਕਮਾ ਲੈ। ਲਸ਼ ਲਸ਼ ਕਰਦੇ ਇਸ ਰੇਸ਼ਮ ਦਾ ਸੂਆ ਚੋਲਾ ਗਲ ਵਿੱਚ ਪਾ ਲੈ, ਧਨ ਤੇਜ ਕਮਾ ਲੈ। ਆਪਣੇ ਪੈਰੀਂ ਐ ਸਤਰੰਗੀਆਂ ਸੋਹਣੀਆਂ ਬੋਲੀਆਂ, ਆਪਣੇ ਪੈਰੀਂ ਐ ਸਤਰੰਗੀਆਂ ਸੋਹਣੀਆਂ ਬੋਲੀਆਂ, ਦੀਏ ਝਾਂਜਰਾਂ ਬਨ ਬਨ ਚਾਰ ਚੁਫੇਰੇ ਗਿੱਧਾ ਪਾ ਲੈ, ਨਾਮ ਕਮਾ ਲੈ। ਪਰ ਤੂੰ ਆਪਣੇ ਸਿਰ ਤੇ ਰੱਖੀ ਇੱਕੋ ਸਾਵੀ ਸੁਨਹਿਰੀ ਚੁਨਰੀ, ਪਰ ਤੂੰ ਆਪਣੇ ਸਿਰ ਤੇ ਰੱਖੀ ਮਾਂ ਬੋਲੀ ਦੀ ਇੱਕੋ ਸਾਵੀ ਸੁਨਹਿਰੀ ਚੁਨਰੀ, ਇੱਕੋ ਸਾਵੀ ਸੁਨਹਿਰੀ ਚੋਲੀ ਨੀ ਦੀਏ ਐ ਮਾਂ ਬੋਲੀ। ਤੇ ਇਹ ਅੱਜ ਦੇ ਦਿਨ ਦੇ ਦਿਹਾੜ ਨਾਲ ਮੈਂ ਕੋਸ਼ਿਸ਼ ਕੀਤੀ ਕਿ ਮੈਂ ਆਪਣੀਆਂ ਹੀ ਦੋ ਕਵਿਤਾ ਨੇ ਜਿਹੜੀਆਂ ਆਪਣੀਆਂ ਹੀ ਦੋ ਨਜ਼ਮਾਂ ਪੇਸ਼ ਕਰਾਂ, ਔਰ ਇਹ ਵੀ ਕੋਸ਼ਿਸ਼ ਕੀਤੀ ਕਿ ਪੰਜਾਬੀ ਜ਼ਬਾਨ ਜਿਹੜੀ ਹੈ ਉਹਨੂੰ ਮੈਂ ਲਗਾਤਾਰ ਬੋਲਾਂ ਔਰ ਉਹਦੇ ਵਿੱਚ ਮੈਂ ਅੰਗਰੇਜ਼ੀ ਦੇ ਲਫ਼ਜ਼ ਵੀ ਨਾ ਤਰੋਪੇ ਲਾਵਾਂ ਉਹਨਾਂ ਦੇ। ਤੇ ਹੁਣ ਤੁਸੀਂ ਦੱਸੋਗੇ ਕਿ ਇਹ ਕਿੰਨੀ ਹੱਦ ਤੱਕ ਅਸੀਂ ਕਾਮਯਾਬ ਰਹੇ ਹਾਂ, ਲੇਕਿਨ ਇਨਸ਼ਾਅੱਲਾ ਅਸੀਂ ਡੈਨਮਾਰਕ ਵਿੱਚ, ਕੋਪਨਹੈਗਨ ਵਿੱਚ ਜਾਂ ਲੰਡਨ ਵਿੱਚ
ਕਿਧਰੇ ਨਾ ਕਿਧਰੇ ਅਸੀਂ ਪੰਜਾਬੀ ਕਾਨਫਰੰਸ ਜਿਹੜੀ ਹੈ, ਜਿਸ ਤਰ੍ਹਾਂ ਅਸੀਂ ਪੰਜਾਬ ਮੇਲਾ ਕਾਮਯਾਬ ਕੀਤਾ ਸੀ 2 ਦਿਨ ਦਾ, ਉਸੇ ਤਰ੍ਹਾਂ ਅਸੀਂ ਪੰਜਾਬੀ ਕਾਨਫਰੰਸ ਦਾ ਵੀ ਕੋਈ ਨਾ ਕੋਈ ਹੁਣ ਰੂਲਾ ਕੱਢਨੇ ਆ ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਕਰੀਏ ਜਿਹਦੇ ਵਿੱਚ ਅਸੀਂ ਪੂਰੇ ਯੂਰਪ ਤੋਂ ਆਪਣੇ ਪੰਜਾਬੀ ਬੋਲੀ ਲਿਖਣ ਵਾਲਿਆਂ ਨੂੰ ਔਰ ਬੋਲਣ ਵਾਲਿਆਂ ਨੂੰ, ਦੋਸਤਾਂ ਨੂੰ ਇਕੱਠਾ ਕਰੀਏ। ਤੇ ਮਾਂ ਬੋਲੀ ਦਿਹਾੜ 'ਤੇ ਸਾਡੀ ਆਪਣੀ ਮਾਂ ਬੋਲੀ ਹਮੇਸ਼ਾ 4 ਚੁਫੇਰੇ ਬੋਲੀ ਜਾਏ ਤੇ ਇਹਦਾ ਪਰਚਮ ਝੰਡਾ ਉੱਚਾ ਰਵੇ। ਰੱਬ ਰਾਖਾ।